सत श्री अकाल न्यूज़ 18 पंजाब ते मैं हां तुहाडे नाल राजिंदर कौर। बुलेटिन दी शुरुआत इस वेले दी अहम खबर दे नाल। किसान जथेबंदियां दी कल केंद्र सरकार दे नाल मीटिंग होनी है, लेकिन उस तो पहला किसान जथेबंदियां दे आगू एक बार फिर आज मीटिंग करनगे। 2 बजे सिंघू बॉर्डर ते मीटिंग होएगी। केंद्र दे नाल कल होण वाली गल ते चर्चा होएगी। सरकार नाल कल किसानां दी 7वें गेड़ दी मीटिंग होनी है। दिल्ली दे बॉर्डरां ते 39 दिनां तो किसानां दा अंदोलन जारी। इस विचाले कल एक बार फिर मसले दे हल दी कोशिश होएगी। 30 दसंबर नूं जिहड़ी मीटिंग हुई सी, इस तो पहला 2 मंगां किसानां दियां मान लईआं सरकार ने, लेकिन 2 मुख मंगां सन उस ते रेड़का हाले भी बरकरार। इस विचाले आज एक बार फिर किसान जथेबंदियां दे नुमाइंदे जुटणगे। 2 बजे सिंघू बॉर्डर ते किसान आगुआं दी मीटिंग कल होण वाली। जिहड़ी केंद्र सरकार दे नाल मीटिंग कल होनी है, उस तो पहला आपस विच मंथन किया जाएगा। सीधा रुक करदे नपिंदर बराड़ सिंघू बॉर्डर तो जुड़ चुके ने। नपिंदर, 2 बजे किसान आगुआं दी मीटिंग कल होने वाली। केंद्र सरकार दे नाल मीटिंग तो पहला मंथन किया जाएगा, लेकिन अगला प्लान जिहड़ा है उसका ऐलान पहला ही कर दिता, यानी कि बहुत ज्यादा उम्मीदां किसान आगुआं नूं है नहीं कल दी मीटिंग तो। नपिंदर देखो, असल ਦੇ ਵਿੱਚ ਜਦੋਂ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਕਿਸਾਨ ਆਗੂ ਜਾਂਦੇ ਨੇ ਤਾਂ ਉਸ ਤੋਂ ਪਹਿਲਾਂ ਬੇਸ਼ੱਕ ਤੇ ਜਿਹੜੇ ਐਲਾਨ ਕੀਤੇ ਗਏ, ਜਿਹੜੇ ਪਹਿਲਾਂ ਐਲਾਨ ਕੀਤੇ ਨੇ, ਜਿਹੜੀ ਪਹਿਲਾਂ ਬੈਠਕ ਕੀਤੀ ਗਈ ਆ, ਅਸਲ ਦੇ ਵਿੱਚ ਉਹਦੇ ਨਾਲ ਅਗਲੀ ਰੂਪਰੇਖਾ ਦਾ ਐਲਾਨ ਕੀਤਾ ਗਿਆ। ਹਾਲਾਂਕਿ ਜਿਹੜੀ ਉਹ ਰੂਪਰੇਖਾ ਉਹਦੇ ਤੇ ਵੀ ਅਜੇ ਜਿਹੜਾ ਹੈਗਾ ਡੇਟ ਵਾਈਜ਼ ਜਿਵੇਂ ਪ੍ਰੋਗਰਾਮ ਆਉਣੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਮੀਟਿੰਗਾਂ ਕਰਕੇ ਅੱਗੇ ਦੀ ਪਲੈਨਿੰਗ ਕੀਤੀ ਜਾਣੀ ਆ। ਪਰ ਜਿਹੜੀ ਅੱਜ ਦੀ ਮੀਟਿੰਗ ਦੀ ਗੱਲ ਹੈ ਰਜਿੰਦਰ, ਉਹਦੇ 'ਚ ਇਹ ਹੈ ਕਿ ਜਿਹੜੀ ਕੱਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਕੇਂਦਰ ਦੇ ਨਾਲ, ਕਿਉਂਕਿ ਇਸ ਮੀਟਿੰਗ ਨੂੰ ਬੜਾ ਅਹਿਮ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਦਾ ਜਿਹੜਾ ਹੈਗਾ ਸਰਕਾਰ ਦਾ ਰਵੱਈਆ ਸੀ, ਜਿਸ ਤਰ੍ਹਾਂ ਸਰਕਾਰ ਗੱਲਬਾਤ ਕਰਨ ਵਾਲੇ ਪਾਸੇ, ਜਿਸ ਤਰ੍ਹਾਂ ਪਹਿਲਾਂ ਨੈਗੇਟਿਵਿਟੀ ਜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ, ਪਰ ਪਿਛਲੀ ਮੀਟਿੰਗ ਵਿੱਚ ਪੋਜ਼ਿਟਿਵ ਮਾਹੌਲ ਦੇਖਣ ਨੂੰ ਮਿਲਿਆ ਕਿ ਸਰਕਾਰ ਨੇ ਕੁਝ ਮੰਗਾਂ ਨੂੰ ਲੈ ਕੇ ਹਾਮੀ ਭਰੀ। ਇਸ ਕਰਕੇ ਕੱਲ ਦੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਨੂੰ ਕਿਸ ਤਰੀਕੇ ਨਾਲ, ਦੇਖੋ ਆਪਣੇ ਹਰ ਮੀਟਿੰਗ ਦੇ ਵਿੱਚ ਜੋ 7ਵੀਂ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਆਪਣੇ ਤਰਕ ਦੇਣ ਦੇ ਲਈ ਪ੍ਰੋਪਰ ਹੋਮਵਰਕ ਆ ਜਿਹੜਾ ਉਹ ਕਿਸਾਨ ਜਥੇਬੰਦੀਆਂ ਕਰਦੀਆਂ ਨੇ। ਇਦਾਂ ਹੀ ਨਹੀਂ ਕਿ ਚਲੀਆਂ ਜਾਂਦੀਆਂ ਨੇ ਔਰ ਜਾ ਕੇ ਮੀਟਿੰਗ ਕਰਦੀਆਂ ਨੇ। ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਉਹਨਾਂ ਨੇ ਸਾਫ਼ ਕੀਤਾ ਸੀ ਕਿ ਅਸੀਂ ਅੱਖਰ ਪੜ੍ਹ ਕੇ ਜਾਂਦੇ ਆ, ਅੱਖਰ ਦੀ ਤਿਆਰੀ ਕਰਕੇ ਜਿਹੜਾ ਹੈਗਾ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ। ਪਰ ਬੇहद ਅਹਿਮ ਮੀਟਿੰਗ ਹੈ ਅੱਜ 2 ਵਜੇ। ਇਹਨਾਂ ਚੀਜ਼ਾਂ ਤੇ ਡਿਸਕਸ ਕੀਤੀ ਜਾਵੇਗੀ ਕਿ ਕੱਲ ਕਿਹੜੇ ਪਹਿਲੂਆਂ ਤੇ ਕਿਹੜੇ ਤਰਕ ਜਿਹੜੇ ਨੇ, ਕਿਉਂਕਿ ਪਤਾ ਹੈ ਕਿ ਸਰਕਾਰ ਨੇ ਆਪਣੇ ਤਰਕ ਦੇਣੇ ਨੇ। ਜਿਹੜੇ ਤਰਕ ਸਰਕਾਰ ਦੇਵੇਗੀ ਉਹਨਾਂ ਤਰਕ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਡਿਫੈਂਡ ਕਰਨਾ, ਜਾਂ ਉਹਨਾਂ ਤਰਕ ਤੇ ਆਪਣਾ ਕੀ ਤਰਕ ਦੇਣਾ, ਇਹ ਸਾਰੀਆਂ ਚੀਜ਼ਾਂ ਬੜੇ ਵਿਚਾਰ ਤੋਂ ਬਾਅਦ ਉੱਥੇ ਜਥੇਬੰਦੀਆਂ ਜਾਂਦੀਆਂ ਨੇ। ਜਿਹੜੇ ਇੱਥੇ ਜਿਹੜੇ ਆਮ ਕਿਸਾਨ ਨੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਇੱਥੇ ਲੰਗਰ ਵੀ ਲਾਏ ਨੇ, ਉਹ ਕਿਸਾਨ ਜਥੇਬੰਦੀਆਂ ਦੀ ਨਜ਼ਰ ਵੀ ਉਸੇ ਮੀਟਿੰਗ ਤੇ ਹੈ ਜਿਹੜੀ ਅੱਜ ਹੋਣ ਜਾ ਰਹੀ ਹੈ ਔਰ ਜਿਹੜੀ ਮੁੱਖ ਮੀਟਿੰਗ ਕੱਲ ਹੋਣ ਜਾ ਰਹੀ ਹੈ। ਭਾਈ ਸਾਹਿਬ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਔਰ ਅੱਜ ਦੇਖੋ ਕਿਸਾਨ ਜਥੇਬੰਦੀਆਂ ਨੇ ਆਪਦੀ ਮੀਟਿੰਗ ਬੁਲਾਈ ਹੈ, ਕੱਲ ਨੂੰ ਜਿਹੜੀ ਹੈਗੀ ਸਰਕਾਰ ਦੇ ਨਾਲ ਮੀਟਿੰਗ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਮੀਟਿੰਗ ਕੱਲ ਵਾਲੀ ਜਿਹੜੀ ਉਹਦੇ ਤੋਂ ਆਸਵੰਦ ਹੈਗੇ ਹੋ, ਔਰ ਅੱਜ ਦੀ ਮੀਟਿੰਗ ਦੇ ਵਿੱਚ ਲੱਗਦਾ ਹੈ ਕਿ ਕੋਈ ਚੰਗੀ ਰਣਨੀਤੀ ਬਣਾਈ ਜਾ ਸਕਦੀ ਹੈ? ਬਿਲਕੁਲ ਜੀ, ਸਤਿ ਸ੍ਰੀ ਅਕਾਲ, ਤੁਹਾਨੂੰ ਮੁਬਾਰਕਾਂ ਪਹਿਲਾਂ ਤਾਂ ਵਿਆਹ ਦੀਆਂ। ਮੇਰੇ ਨਾਲ ਲਖਵਿੰਦਰ ਸਿੰਘ ਹੈ ਜੀ, ਬਲਾਕ ਪ੍ਰਧਾਨ ਸਿੱਧੂਪੁਰ ਕਿਸਾਨ ਯੂਨੀਅਨ। ਸਾਡੇ ਨਾਲ ਸਾਡੀ ਟੀਮ ਆਈ ਹੋਈ ਹੈ। ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਕੱਲ ਵਾਸਤੇ ਹੀ ਹੋ ਰਹੀ ਹੈ, ਕਿਉਂਕਿ ਰਣਨੀਤੀ ਬਣਾਉਣੀ ਵੀ ਸਾਨੂੰ ਜ਼ਰੂਰੀ ਹੈ। ਕਿਉਂਕਿ ਜਦੋਂ ਉਹ ਸਵਾਲਾਂ ਦੇ ਤੋਪ ਦਾਗਦੇ ਨੇ, ਸਾਡੇ ਬਚਾਓ ਵਾਸਤੇ ਸਾਡੇ ਆਗੂ ਨੇ ਜਿਹੜੇ ਉਹ ਆਪਣੇ ਵਿਚਾਰ ਵਟਾਂਦਰਾ ਕਰਨਗੇ, ਅੱਜ ਮੀਟਿੰਗ ਕਰਨਗੇ। ਕਿਉਂਕਿ ਪਹਿਲਾਂ ਮੀਟਿੰਗ ਕਰੀ ਹੈ ਜਿਹੜੀ, ਸਾਡੇ ਆਗੂ ਨੇ ਇੰਨੇ ਹਾਵੀ ਹੋ ਕੇ ਮੀਟਿੰਗ ਕਰੀ ਹੈ, ਉਹਨਾਂ ਤੇ ਕਿਸੇ ਵੀ ਲੀਡਰ ਨੂੰ ਗੱਲ ਨਹੀਂ ਆਈ ਕੋਈ। ਉਹ ਇੱਕ ਸਵਾਲ ਪੁੱਛਦੇ ਸੀ, ਸਾਡੇ ਲੀਡਰ 2 ਜਵਾਬ ਦਿੰਦੇ ਸੀ, ਸਾਡੇ ਸਵਾਲ ਦਾ ਉਹਨਾਂ ਨੂੰ ਜਵਾਬ ਨਹੀਂ ਆਉਂਦਾ ਸੀਗਾ। ਸਾਰੇ ਲੀਡਰ ਉਹਨਾਂ ਚੁੱਪ ਹੋ ਕੇ ਸਾਡੀ ਗੱਲ ਸੁਣੀ ਹੈ। ਥੋੜਾ ਹਾਂ ਭਈ ਰੁਪਈਆ ਬਣਿਆ, ਰਵਈਆ ਦੇਖਦੇ, ਬਾਕੀ ਕੱਲ ਨੂੰ ਦੇਖਦੇ ਆ। ਜੇ ਨਾ ਕੱਲ ਨੂੰ ਮੀਟਿੰਗ 'ਚ ਕੋਈ ਹੱਲ ਨਿਕਲਿਆ, ਫਿਰ ਤੁਹਾਨੂੰ ਪਤਾ ਹੀ ਹੈ ਜਿਹੜੇ ਲਿਖੇ ਹੋਏ ਪ੍ਰੋਗਰਾਮ ਨੇ ਚੱਲਣਗੇ। 6 ਤਰੀਕ ਨੂੰ ਟਰੈਕਟਰ ਮਾਰਚ ਹੈ, ਉਸ ਤੋਂ ਬਾਅਦ 13 ਤਰੀਕ ਨੂੰ ਕਾਪੀਆਂ ਸਾੜੀ ਜਾਣਗੀਆਂ, 23 ਤਰੀਕ ਨੂੰ ਕਿਸਾਨ ਦਿਵਸ ਮਨਾਇਆ ਜਾਊਗਾ, ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਮਹਿਲਾ ਦਿਵਸ ਵੀ ਮਨਾਇਆ ਜਾਊਗਾ। ਇਹ ਸਾਰੇ ਕੰਮ ਕਰਕੇ ਕਰਨਗੇ। ਅੱਜ ਦੀ ਮੀਟਿੰਗ ਸਾਡੇ ਵਾਸਤੇ ਅਹਿਮ ਕਿਉਂ ਹੈ? ਕੱਲ ਵਾਸਤੇ ਅਸੀਂ ਸਾਰੇ ਪਹਿਲੂ ਵਿਚਾਰਨੇ ਨੇ ਤੇ ਸਾਰੇ ਲੀਗਲ ਐਡਵਾਈਜ਼ ਲੈ ਕੇ ਕੱਲ ਵਾਸਤੇ ਵੀ ਕਿਹੜੇ ਪਹਿਲੂਆਂ ਤੇ ਗੱਲ ਕਰਨਗੇ, ਕਿਵੇਂ ਢੁਕਮਾ ਜਵਾਬ ਦੇਣਾ, ਉਸਦੇ ਵਾਸਤੇ ਗੱਲ ਕਰਾਂਗੇ। ਤਾਂ ਬਿਲਕੁਲ ਰਜਿੰਦਰ, ਬੜੀ ਅਹਿਮ ਮੀਟਿੰਗ ਆ ਅੱਜ ਦੀ। ਮੀਟਿੰਗ ਨੂੰ ਵੀ ਜਿਹੜਾ ਹੈਗਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਮੀਟਿੰਗ ਦੇ ਵਿੱਚ ਹੀ ਹਰ ਪਹਿਲੂ ਤੇ ਚਰਚਾ ਹੋਣੀ ਹੈ, ਹਰ ਪਹਿਲੂ ਤੇ ਵਿਚਾਰ ਹੋਣਾ ਕਿ ਕਿਵੇਂ ਅੱਗੇ ਦੀ ਰਣਨੀਤੀ ਬਣਾਈ ਜਾਵੇ, ਕਿਵੇਂ ਸਰਕਾਰ ਜਿਹੜੇ ਨਪਿੰਦਰ ਮੰਨੀਏ ਕਿ ਸਰਕਾਰ ਤੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼, ਜਿਹੜਾ ਪਹਿਲਾਂ ਹੀ ਅੰਦੋਲਨ ਤੇਜ਼ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਕੱਲ ਦੀ ਮੀਟਿੰਗ ਤੋਂ ਪਹਿਲਾਂ।
ਦੇਖੋ ਬਿਲਕੁਲ ਅੰਦੋਲਨ ਕਿਉਂਕਿ ਜਿਸ ਤਰ੍ਹਾਂ ਅੱਗੇ ਦਾ ਪ੍ਰੋਗਰਾਮ ਲਿਖਿਆ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆ ਰਹੀਆਂ ਸੀ ਕਿ ਜਦੋਂ 4 ਤਰੀਕ ਦੀ ਮੀਟਿੰਗ ਹੈ ਤੇ ਅੱਗੇ ਦਾ ਪ੍ਰੋਗਰਾਮ 26 ਤਰੀਕ ਤੱਕ ਨੂੰ ਲਿਖਿਆ ਗਿਆ ਹੈ ਤੇ ਕੀ ਇਹਦੀਆਂ ਜਿਹੜੀਆਂ ਉਮੀਦਾਂ ਘੱਟ ਨੇ। ਦੇਖੋ ਜਥੇਬੰਦੀਆਂ ਕੱਲ ਜਿਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਨੇ ਵੀ ਕਿਹਾ, ਡਾਕਟਰ ਦਰਸ਼ਨਪਾਲ ਨੇ ਵੀ ਕਿਹਾ ਕਿ ਸਾਡੇ ਜਿਹੜੇ ਇਸ ਵੇਲੇ ਕਿਸਾਨ ਪ੍ਰੋਟੈਸਟ ਠੀਕ ਕਰ ਹੈ ਰਹੇ ਨੇ। ਨਪਿੰਦਰ ਤੁਹਾਡੇ ਕੋਲ ਵਾਪਸ ਆਵਾਂਗੇ ਹੋਰ ਇਸ ਮੁੱਦੇ ਤੇ ਗੱਲਬਾਤ ਕਰਾਂਗੇ, ਲੇਕਿਨ ਇਸ ਵਕਤ ਅਹਿਮ ਖਬਰ ਦੱਸ ਦਈਏ ਕੋਰੋਨਾ ਵੈਕਸੀਨ ਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੀ ਪ੍ਰੈਸ ਕਾਨਫਰੰਸ ਹੋ ਰਹੀ, ਸਿੱਧਾ ਰੁਕ ਕਰਦੇ ਹਾਂ ਇਸ ਪ੍ਰੈਸ ਕਾਨਫਰੰਸ ਦਾ। 1600 participants within the country. The firm also submitted the interim safety and immunogenicity data generated from this trial, and the data was found comparable with the data from overseas clinical studies. After detailed deliberations, subject expert committee has recommended for the grant of permission for restricted use in emergency situation subject to certain regulatory conditions. The clinical trial ongoing within the country by the firm will continue. Messrs. Bharat Biotech has developed a whole variant inactivated coronavirus vaccine named vaccine in ICMR and National Institute of Virology, Pune, from where they received the virus seed strains. This vaccine is developed on ViroCell platform, which has well-established track record of safety and efficacy in the country and globally. The firm has generated safety and immunogenicity data in various animal species such as mice, rats, rabbits, Syrian hamster, and also conducted challenge studies on non-human primates, rhesus macaques, and hamsters. All this data has been shared by the firm with CDSCO. Phase 1 and Phase 2 clinical trials were conducted in approximately 800 subjects, and results have demonstrated that the vaccine is safe and provides a robust immune response. The Phase 3 efficacy trial was initiated in India in 25,800 volunteers, and till date approximately 22,500 participants have been vaccinated across the country, and the vaccine has been found to be safe as per the data available till date. The subject expert committee has reviewed the data on safety and immunogenicity of the vaccine and recommended for grant of permission for restricted use in emergency situation in public interest as an abundant precaution in clinical trial mode to have more options for vaccinations, especially in case of infection by mutant strain. The clinical trial ongoing within the country by the firm will continue. The Cadila Healthcare Limited has developed a novel coronavirus 2019 nCoV vaccine using DNA platform. The firm initiated Phase 1/Phase 2 clinical trial in India in more than 1,000 participants, which is ongoing. The interim data suggests that the vaccine is safe and immunogenic with 3 doses when administered intradermally. Accordingly, firm has sought permission to conduct further Phase 3 clinical trial in 26,000 Indian participants, which has been recommended by subject expert committee. Messrs. Serum and Messrs. Bharat Biotech vaccines have to be administered in 2 doses. All the 3 vaccines have to be stored at 2 to 8 degrees centigrade. After adequate examination, the CDSCO has decided to accept the recommendations of the expert committee, and accordingly vaccines of Messrs. Serum and Bharat Biotech are being approved for restricted use in emergency situation, and permission is being granted
to Messrs. Cadila Healthcare for conduct of phase 3 clinical trial in India. Thank you. Thank you very much, sir. Friends, please just listen. This statement is being circulated to you. It is also getting uploaded on the PIB website. So please use it. Thank you very much. Statement is over. We can give you the separately. अभी तक रेडी नहीं है हम पे स्टेटमेंट जो है हिंदी में. प्लीज यूज इट एंड वी विल प्रोवाइड यू हिंदी स्टेटमेंट आल्सो. DCGI ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਰਹੇ ਸੀ. ਡਾਕਟਰ ਵੀਜੀ ਸੋਮਾਨੀ ਨੂੰ ਤੁਸੀਂ ਸੁਣ ਰਹੇ ਸੀ. ਕੋਰੋਨਾ ਵੈਕਸੀਨ ਤੇ ਜਿਹੜੀ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਐਕਸਪਰਟ ਪੈਨਲ ਵੱਲੋਂ ਕੋਵੈਕਸੀਨ ਅਤੇ ਕੋਵਿਸ਼ੀਲਡ ਦੀ ਸਿਫਾਰਿਸ਼ ਕੀਤੀ ਗਈ ਸੀ, ਉਸ ਦੀ ਜਾਣਕਾਰੀ ਦਿੰਦੇ ਹੋਏ ਨਜ਼ਰ ਆਏ. DCGI ਦੇ ਕੋਲ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਨੂੰ ਐਮਰਜੈਂਸੀ ਯੂਜ਼ ਨੂੰ ਸਸ਼ਰਤ ਮਨਜ਼ੂਰੀ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ ਤੇ ਸੈਂਟਰਲ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਔਰ ਕਿਸ ਤਰ੍ਹਾਂ ਇਹਨਾਂ ਦਵਾਈਆਂ ਦਾ ਜਿਹੜਾ ਹੈ ਉਹ ਟੈਸਟ ਹੋਇਆ, ਕਿਸ ਤਰ੍ਹਾਂ ਦਵਾਈਆਂ ਇਜਾਦ ਹੋਈਆਂ ਔਰ ਕਿਸ ਤਰ੍ਹਾਂ ਪੂਰਾ ਡੇਟਾ ਜਿਹੜਾ ਹੈ ਉਹ CDSCO ਦੇ ਸਾਹਮਣੇ ਰੱਖਿਆ ਗਿਆ ਸੀ, ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲਰ ਆਰਗੇਨਾਈਜੇਸ਼ਨ ਦੇ ਸਾਹਮਣੇ ਰੱਖਿਆ ਗਿਆ ਸੀ. ਕਈ ਮੀਟਿੰਗਾਂ ਦਾ ਦੌਰ ਚੱਲਿਆ. ਪਿਛਲੇ 2 ਦਿਨਾਂ ਵਿੱਚ ਵੀ ਮੀਟਿੰਗਾਂ ਚੱਲੀਆਂ ਤੇ ਐਕਸਪਰਟ ਪੈਨਲ ਨੇ ਕੋਵੈਕਸੀਨ ਅਤੇ ਕੋਵਿਸ਼ੀਲਡ ਦੇ ਸਸ਼ਰਤ ਇਸਤੇਮਾਲ ਦੀ ਮਨਜ਼ੂਰੀ ਦੀ ਸਿਫਾਰਿਸ਼ ਕੀਤੀ ਸੀ, ਐਮਰਜੈਂਸੀ ਯੂਜ਼ ਦੇ ਸਸ਼ਰਤ ਮਨਜ਼ੂਰੀ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੇ DCGI ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਅਤੇ VG ਸੋਮਾਨੀ ਇਸ ਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਦੇ ਰਹੇ ਸਨ. ਹੋਰ ਵੱਡੀ ਖਬਰ ਜਿਹੜੀ ਆ ਰਹੀ ਹੈ, ਕੋਰੋਨਾ ਵੈਕਸੀਨ ਨੂੰ DCGI ਨੇ ਮਨਜ਼ੂਰੀ ਦੇ ਦਿੱਤੀ ਹੈ. DCGI ਨੇ ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ. ਡਾਕਟਰ VG ਸੋਮਾਨੀ ਨੇ ਤੁਸੀਂ ਸੁਣ ਰਹੇ ਸੀ. DCGI ਨੇ 2 ਕੋਰੋਨਾ ਵੈਕਸੀਨ ਦੇ ਐਮਰਜੈਂਸੀ ਸਸ਼ਰਤ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ. ਕੋਵੈਕਸੀਨ ਜਿਹੜੀ ਕਿ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ ਤੇ ਕੋਵਿਸ਼ੀਲਡ ਜਿਹੜੀ ਕਿ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਹੈ. ਦੋਵਾਂ ਦਵਾਈਆਂ ਦੇ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ. ਇਸ ਵਕਤ ਵੱਡੀ ਖਬਰ, ਕੋਰੋਨਾ ਮਹਾਮਾਰੀ ਨਾਲ ਇਸ ਵਕਤ ਪੂਰੀ ਦੁਨੀਆ ਜੂਝ ਰਹੀ ਹੈ, ਦੇਸ਼ ਜੂਝ ਰਿਹਾ ਹੈ ਅਤੇ ਇਸ ਮਹਾਮਾਰੀ ਨੂੰ ਹਰਾਉਣ ਲਈ ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਮਨਜ਼ੂਰੀ ਜਿਹੜੀ ਹੈ ਦੇ ਦਿੱਤੀ ਗਈ ਹੈ ਔਰ ਦੇਸ਼ ਭਰ ਵਿੱਚ ਟੀਕਾਕਰਨ ਅਭਿਆਨ ਦਾ ਡਰਾਈ ਰਨ ਵੀ ਚੱਲ ਰਿਹਾ ਹੈ. ਇੰਤਜ਼ਾਰ ਸੀ ਕੋਰੋਨਾ ਵੈਕਸੀਨ ਦਾ ਤੇ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਦੇਸ਼ ਵਾਸੀਆਂ ਦਾ ਖਤਮ ਹੋਇਆ. DCGI ਨੇ ਕੋਰੋਨਾ ਵੈਕਸੀਨ, ਕੋਵੈਕਸੀਨ ਅਤੇ ਕੋਵਿਸ਼ੀਲਡ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ. ਵੈਕਸੀਨ ਦੇ ਐਮਰਜੈਂਸੀ ਸਸ਼ਰਤ ਇਸਤੇਮਾਲ ਦੀ ਇਜਾਜ਼ਤ ਜਿਹੜੀ ਹੈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੱਲੋਂ ਦੇ ਦਿੱਤੀ ਗਈ ਹੈ. ਇਹ ਦੋਵਾਂ ਵੈਕਸੀਨ ਦੀ ਸਿਫਾਰਿਸ਼ ਹੀ ਜਿਹੜੀ ਹੈ ਐਕਸਪਰਟ ਕਮੇਟੀ ਵੱਲੋਂ ਕੀਤੀ ਗਈ ਸੀ. ਐਮਰਜੈਂਸੀ ਸਸ਼ਰਤ ਇਸਤੇਮਾਲ ਦੀ ਸਿਫਾਰਿਸ਼ ਜਿਹੜੀ ਹੈ ਉਹ ਐਕਸਪਰਟ ਪੈਨਲ ਵੱਲੋਂ ਕੀਤੀ ਗਈ ਸੀ. ਦਰਅਸਲ ਮੀਟਿੰਗਾਂ ਦਾ ਦੌਰ ਚੱਲਿਆ ਅਤੇ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਬੀਤੇ ਦਿਨੀ ਪਿਛਲੇ 2 ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਸਨ. ਕੋਵੈਕਸੀਨ ਅਤੇ ਕੋਵਿਸ਼ੀਲਡ ਦੀ ਸਿਫਾਰਿਸ਼ ਕੀਤੀ ਸੀ ਐਕਸਪਰਟ ਪੈਨਲ ਨੇ ਅਤੇ ਹੁਣ DCGI ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਪ੍ਰੈਸ ਕਾਨਫਰੰਸ ਕਰ ਇਹਨਾਂ ਦੋਵਾਂ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ ਔਰ ਇਸ ਤੋਂ ਪਹਿਲਾਂ ਦੇਸ਼ ਭਰ ਵਿੱਚ ਡਰਾਈ ਰਨ ਵੀ ਜਾਰੀ ਔਰ ਦੇਸ਼ ਦੇ ਸਭ ਤੋਂ ਵੱਡੇ ਟੀਕਾਕਰਨ ਲਈ ਸਿਹਤ ਮੰਤਰਾਲੇ ਤਿਆਰ. ਡਾਕਟਰ ਹਰਸ਼ਵਰਧਨ ਖੁਦ ਜਾਇਜ਼ਾ ਲੈਂਦੇ ਨਜ਼ਰ ਆਏ ਸਨ. 96,000 ਸਿਹਤ ਮੁਲਾਜ਼ਮਾਂ ਨੂੰ ਤਿਆਰ ਕੀਤਾ ਗਿਆ ਹੈ ਵੈਕਸੀਨ ਦੇ ਡੋਜ਼ ਦੇਣ ਲਈ ਔਰ ਵੈਕਸੀਨ ਵੀ ਹੁਣ ਦੇਸ਼ ਵਾਸੀਆਂ ਨੂੰ ਮਿਲ ਗਈ. ਇੱਕ ਵਾਰ ਫਿਰ ਕਿਸਾਨ ਅੰਦੋਲਨ ਦੀ ਗੱਲਬਾਤ ਕਰਾਂਗੇ. 2 ਵਜੇ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ ਕਿਉਂਕਿ ਕੱਲ 7ਵੇਂ ਦੌਰ ਦੀ ਗੱਲਬਾਤ ਕੇਂਦਰ ਸਰਕਾਰ ਦੇ ਨਾਲ ਹੋਣੀ ਹੈ. ਲੇਕਿਨ ਉਸ ਤੋਂ ਪਹਿਲਾਂ ਹੀ ਐਕਸ਼ਨ ਪਲਾਨ ਕਿਸਾਨਾਂ ਨੇ ਐਲਾਨ ਦਿੱਤਾ ਹੈ. ਜਥੇਬੰਦੀਆਂ ਨੇ 26 ਜਨਵਰੀ ਤੱਕ ਦੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ. ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਦੀ ਨੀਅਤ ਤੇ ਵੀ ਸ਼ੱਕ ਜਤਾਇਆ ਹੈ. ਚਾਰ ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ, 5 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਤੇ 6 ਤਰੀਕ ਤੱਕ ਕਿਸਾਨਾਂ ਨੇ ਆਪਣਾ ਅਗਲਾ ਐਕਸ਼ਨ ਪਲਾਨ ਐਲਾਨ ਕਰ ਦਿੱਤਾ।
6 ਤਰੀਕ ਨੂੰ ਕਿਸਾਨ ਦਿੱਲੀ ਬਾਰਡਰ ਤੋਂ ਦਿੱਲੀ ਜੈਪੁਰ ਹਾਈਵੇ ਤੇ ਖੇੜਾ ਬਾਰਡਰ ਦੇ ਤੱਕ ਟਰੈਕਟਰ ਮਾਰਚ ਕਰਨਗੇ। ਖੇੜਾ ਬਾਰਡਰ ਤੇ ਬੈਠੇ ਕਿਸਾਨਾਂ ਦੇ ਕਾਫਲੇ ਨੂੰ ਅੱਗੇ ਲੈ ਕੇ ਆਉਣਗੇ ਤਾਂ ਜੋ ਦਿੱਲੀ ਦਾ ਘੇਰਾ ਹੋਰ ਮਜ਼ਬੂਤ ਕੀਤਾ ਜਾ ਸਕੇ। 4 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਨੇ ਆਪਣਾ ਅਗਲਾ ਐਕਸ਼ਨ ਪਲਾਨ ਕਿਉਂ ਐਲਾਨ ਕਰ ਦਿੱਤਾ, ਉਸ ਦੀ ਵਜ੍ਹਾ ਤੁਸੀਂ ਕਿਸਾਨਾਂ ਦੀ ਜ਼ੁਬਾਨੀ ਸੁਣੋ। ਅਸੀਂ 6 ਤਰੀਕ ਨੂੰ KMP ਤੇ ਅੱਜ ਇੱਕ ਵੱਡਾ ਜਥਾ ਜਿਹੜਾ 2 ਤਰੀਕ ਨੂੰ ਉਗਰਾਹਾਂ ਵਾਲੇ ਟਰੈਕਟਰਾਂ ਦਾ 1000 ਟਰੈਕਟਰ ਦਾ ਪਿੰਡਾਂ ਦੇ ਵਿੱਚ ਲਿਜਾ ਕੇ ਪਰਸੋਂ ਨੂੰ ਪਹੁੰਚਣਗੇ ਸ਼ਾਹਜਹਾਂਪੁਰ। ਅਸੀਂ 6 ਤਰੀਕ ਨੂੰ KMP ਤੇ ਕਰਾਂਗੇ ਆਪਣਾ ਟਰੈਕਟਰ ਮਾਰਚ। ਕਿਸਾਨਾਂ ਨੂੰ ਲੱਗਦਾ ਹੈ ਕਿ ਅੰਦੋਲਨ ਲੰਬਾ ਚੱਲੇਗਾ, ਇਸ ਲਈ 6 ਤਰੀਕ ਤੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। 7 ਨੂੰ ਜਾਂ 8 ਨੂੰ ਜਾਂ 9 ਨੂੰ ਸਾਡਾ ਜਿਹੜਾ ਜੈਪੁਰ ਬਾਰਡਰ ਤੇ ਲੱਗਿਆ ਹੈ ਉਸ ਨੂੰ ਤੋਰਾਂਗੇ ਦਿੱਲੀ ਵੱਲ ਨੂੰ। 6 ਤੋਂ ਲੈ ਕੇ 20 ਤੱਕ ਪੰਦਰਵਾੜਾ ਇੱਕ ਪੂਰਾ ਪੰਦਰਵਾੜਾ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਦੀ ਡੀਸੈਂਟਰਲਾਈਜ਼ਡ ਪੈਰੀਫਰੀ ਤੇ ਪ੍ਰੋਗਰਾਮ ਹੋਣਗੇ, ਜਿਹਦੇ ਵਿੱਚ ਅਸੀਂ ਕਾਲ ਕੀਤੀ ਹੈ ਕਿ ਪੂਰੇ ਜਿੰਨੇ ਵੀ ਸੈਂਟਰਲ ਕੋਈ ਸਿੰਬਲ ਨੇ ਉੱਥੇ ਤੁਸੀਂ ਪ੍ਰੋਟੈਸਟ ਮਾਰਚ ਕਰੋ, ਰੈਲੀਆਂ ਕਰੋ, ਪੱਕੇ ਧਰਨੇ ਲਗਾਓ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਦੇਸ਼ ਭਰ ਦੇ ਵਿੱਚ ਗਵਰਨਰ ਹਾਊਸ ਤੱਕ ਮਾਰਚ ਕੀਤੇ ਜਾਣਗੇ ਅਤੇ 26 ਜਨਵਰੀ ਯਾਨੀ ਗਣਤੰਤਰ ਦਿਹਾੜੇ ਤੇ ਕਿਸਾਨਾਂ ਨੇ ਦਿੱਲੀ ਸਮੇਤ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। 26 ਤਰੀਕ ਦੀ ਸਾਡੀ ਕਾਲ ਹੈ ਕਿ 26 ਤਰੀਕ ਨੂੰ ਸਾਰੇ ਦੇਸ਼ ਦੇ ਅੰਦਰ, ਰਾਜਧਾਨੀਆਂ ਦੇ ਅੰਦਰ, ਸੂਬਿਆਂ ਦੀਆਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਵੱਡੇ ਟਰੈਕਟਰ ਤੇ ਵਹੀਕਲ ਮਾਰਚ ਕਰੋ। ਦਿੱਲੀ ਦੇ ਵਿੱਚ ਅਸੀਂ ਸੱਦਾ ਦਿੱਤਾ ਕਿ 5 ਤਰੀਕ ਨੂੰ ਵੱਧ ਤੋਂ ਵੱਧ ਟਰੈਕਟਰ 25 ਤਰੀਕ ਤੱਕ ਵੱਧ ਤੋਂ ਵੱਧ ਟਰੈਕਟਰ ਲੈ ਕੇ ਆਓ ਤੇ 26 ਜਨਵਰੀ ਨੂੰ ਇਹਦੀ ਕੰਕਰੀਟ ਪਲੈਨਿੰਗ ਬੜੀ ਮਾਈਨਿਊਟਲੀ ਮਿਟੀਕੂਲਸਲੀ ਅਸੀਂ ਕਰ ਲਾਂਗੇ ਤੇ 26 ਤਰੀਕ ਦੇ ਉਸ ਟਰੈਕਟਰ ਮਾਰਚ ਨੂੰ ਕੋਆਰਡੀਨੇਟ ਕਰਨ ਵਾਸਤੇ ਅਸੀਂ 26 ਤਰੀਕ ਦਾ ਐਲਾਨ। ਕਿਸਾਨਾਂ ਨੇ 4 ਜਨਵਰੀ ਦੀ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਹੀ 26 ਜਨਵਰੀ ਤੱਕ ਆਪਣੇ ਅਗਲੇ ਐਕਸ਼ਨ ਪਲਾਨ ਐਲਾਨ ਦਿੱਤੇ ਨੇ, ਜਿਸ ਦਾ ਮਤਲਬ ਸਰਕਾਰ ਨੂੰ ਇਹ ਸੁਨੇਹਾ ਦੇਣਾ ਹੈ ਕਿ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰੇ, ਨਹੀਂ ਤਾਂ ਅੰਦੋਲਨ ਤੇਜ਼ ਹੋਵੇਗਾ ਅਤੇ ਇਹ ਅੰਦੋਲਨ ਦਿੱਲੀ ਦੇ ਬਾਰਡਰਾਂ ਤੋਂ ਅੱਗੇ ਵੱਧ ਕੇ ਦਿੱਲੀ ਦੇ ਅੰਦਰ ਵੀ ਦਾਖਲ ਹੋਵੇਗਾ। ਦਿੱਲੀ ਤੋਂ ਨਪਿੰਦਰ ਬਰਾੜ, ਨਿਊਜ਼ 18। ਕੱਲ ਸਰਕਾਰ ਨਾਲ 7ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਹੀ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਤੇ ਟਰੈਕਟਰ ਪਰੇਡ ਲਈ ਕਿਸਾਨਾਂ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜੀ ਦੇ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਮਹਿਲਾਵਾਂ ਨੂੰ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਮਹਿਲਾਵਾਂ ਮੁਤਾਬਿਕ ਉਹ ਵੱਡੀ ਗਿਣਤੀ 26 ਜਨਵਰੀ ਨੂੰ ਖੁਦ ਟਰੈਕਟਰ ਚਲਾ ਕੇ ਪਰੇਡ ਵਿੱਚ ਸ਼ਾਮਿਲ ਹੋਣਗੇ। ट्रैक्टर की परेड करने लग रहे हैं जी। 26 तारीख ने दिल्ली पहुंचांगे ट्रैक्टर ट्रैली लेकर और उड़ा हमने परेड करनी है। हम ट्रेनिंग लेने लग रहे हैं। जो सरकार नहीं मानेगी ना तो 26 तारीख ना हम परेड करांगे दिल्ली। किसके साथ? ट्रैक्टर ट्रैली के साथ। सभी औरतें हम ट्रेनिंग लेने लग रहे हैं। कोरोना वैक्सीन ते सब तो वड्डी खबर तुहानू दस दी। इस वक्त दी कोरोना वैक्सीन नू DCGI ने हरी झंडी दे दी है। 2 वैक्सीन दे एमरजेंसी इस्तेमाल दी मंजूरी DCGI वालों दे दी गई है। कोवैक्सीन अते कोविशील्ड देश नू मिल गई ने। 2 वैक्सीन मिलियां ने पूरी तरह दे नाल स्वदेशी वैक्सीन है। कोवैक्सीन ICMR दे सहयोग दे नाल भारत बायोटेक ने इसनू तैयार किया है। उधर कोविशील्ड नू सीरम इंस्टीट्यूट ने ऑक्सफोर्ड एस्ट्रेजेनेका दे सहयोग दे नाल तैयार किया है। कोरोना महामारी दे नाल देश जूझ रहा है और जंगी पद्धर ते इस नूं हराण दी हुण तैयारी। मनोज राठी चंडीगढ़ तो मेरे सहयोगी जुड़ चुके हैं। मनोज, कल असीं वेख्या देश भर च चंडीगढ़ समेत देश भर ड्राई रन चलिया और सफल भी रहा, यानी कि हुण कोरोना वैक्सीन जदों देशवासियों नूं मिल गई है तां कोरोना वैक्सीन दे असल इस्तेमाल दी प्रक्रिया आने वाले कुछ दिनों शुरू होएगी। मनोज, बिल्कुल रजिंदर, एक बहुत वड्डी राहत जिहड़ी है वो देशवासियों को मिलन जा रही है। मंजूरी मिल चुकी है। हालांकि इसका ड्राई रन जिहड़ा है पूरे देश च कल किया गया, इसका ट्रायल है क्योंकि अलग तो वैक्सीनेशन सेंटर लगातार न्यूज़ 18 ने कल रियलिटी चैक भी दिखाया सी कि किस तरह किहड़े-किहड़े स्लैब सिस्टम किहड़े-किहड़े फेस च ये जिहड़ी वैक्सीन है वो लाई जाएगी। सब तो पहला
ਜਿਹੜੇ ਹੈਲਥ ਵਰਕਰਸ ਨੇ, ਉਸ ਤੋਂ ਬਾਅਦ ਜਿਹੜੇ ਫਰੰਟ ਲਾਈਨ ਵਾਰੀਅਰਸ ਨੇ, ਉਸ ਤੋਂ ਬਾਅਦ ਜਿਹੜੇ 50 ਤੋਂ ਪਲੱਸ ਜਿਹੜੇ ਏਜਡ ਪਰਸਨ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ, ਉਹਨਾਂ ਨੂੰ ਇਹ ਜਿਹੜੀ ਵੈਕਸੀਨ ਹੈ ਉਹ ਲਾਈ ਜਾਏਗੀ। ਹਾਲਾਂਕਿ ਡਾਕਟਰਸ ਨਾਲ ਸਾਡੀ ਗੱਲਬਾਤ ਹੋਈ ਸੀ, ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਸੀ ਕਿ ਤਿਆਰੀਆਂ ਪੂਰੀ ਹੈ। ਚੰਡੀਗੜ੍ਹ ਦੀ ਆਪਾਂ ਗੱਲ ਕਰੀਏ, ਚੰਡੀਗੜ੍ਹ ਤੇ ਸੈਕਟਰ 16, ਸੈਕਟਰ 32 ਮਨੀ ਮਾਜਰਾ ਹਸਪੀਟਲ, ਉੱਥੇ ਕੱਲ ਡਰਾਈ ਰਨ ਚਲਾਇਆ ਸੀਗਾ, ਜਿਹਦੇ ਵਿੱਚ ਕਿਸ ਤਰ੍ਹਾਂ ਕਿਹੜੇ ਸਲੈਬ 'ਚ। ਲੇਕਿਨ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਹਜੇ ਜਿਹੜੀ ਇਹ ਲੱਗਣੀ ਹੈ, ਇਹਦੇ ਵਿੱਚ ਰਜਿਸਟਰ ਜਿਹੜਾ ਪੋਰਟਲ ਹੈ, ਜਿਹੜਾ ਕੋਵਿਡ-19 ਦੀ ਜਿਹੜਾ ਪੋਰਟਲ ਹੈ, ਉਹਦੇ ਵਿੱਚ ਰਜਿਸਟਰ ਕਰਨ ਤੋਂ ਬਾਅਦ ਇਹ ਜਿਹੜਾ ਉੱਥੇ ਜਾਣਗੇ, ਜਿਹੜਾ ਆਈਡੀ ਪ੍ਰੂਫ ਹੈ, ਹੋਰ ਜਿਹੜੀ ਪਾਸਪੋਰਟ ਫੋਟੋਗ੍ਰਾਫ ਹੈ, ਉਹ ਲੈ ਕੇ ਜਾਣੀ ਹੋਵੇਗੀ। ਉਸ ਤੋਂ ਬਾਅਦ ਇਹ ਜਿਹੜੀ ਵੈਕਸੀਨ ਹੈ, ਆਬਜ਼ਰਵੇਸ਼ਨ ਰੂਮ ਵੀ ਬਣਾਏ ਗਏ ਨੇ, ਵੇਟਿੰਗ ਰੂਮ ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਦੀ ਪੋਰਟਲ ਦੀ ਵੈਰੀਫਾਈ ਹੋਏਗੀ, ਵੈਰੀਫਾਈ ਤੋਂ ਬਾਅਦ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਆਬਜ਼ਰਵੇਸ਼ਨ 'ਚ ਆਧਾ ਘੰਟਾ ਆਬਜ਼ਰਵੇਸ਼ਨ 'ਚ ਯਾਨੀ ਕਿ ਰੱਖਾ ਜਾਏਗਾ। ਅਜੇ ਬਾਈ ਚਾਂਸ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਵੀ, ਜਿਹਨੂੰ ਵੈਕਸੀਨ ਲੱਗੀ ਹੈ, ਬੈਨੀਫਿਸ਼ਰੀ ਜਿਹੜਾ ਹੈ, ਜਿਹਨੂੰ ਵੈਕਸੀਨ ਨੂੰ ਪ੍ਰੋਬਲਮ ਹੁੰਦੀ ਹੈ, ਉਹਨੂੰ ਆਬਜ਼ਰਵੇਸ਼ਨ 'ਚ ਰੱਖਿਆ ਜਾਏਗਾ। ਜੇ ਬਾਈ ਚਾਂਸ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ, ਉਹਦੇ ਵਾਸਤੇ ਬੈੱਡ ਜਿਹੜੇ ਹੈਗੇ ਉਹ ਅਲੱਗ ਲਾਏ ਗਏ, ਯਾਨੀ ਕਿ ਐਮਰਜੈਂਸੀ ਵੀ ਸਿਸਟਮ ਲਾਇਆ ਗਿਆ। ਇਹ ਪੂਰਾ ਸਿਸਟਮੈਟਿਕ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ, ਜਿਹੜਾ ਅਸੀਂ ਦੇਖਿਆ कि पूरा सिस्टमैटिक होगा, थोड़ा भी कंसर्न होगा तो हम उसको कभी अप्रूव नहीं करेंगे। कुल मिला के ये सेफ है सर, 100 और कोई साइड इफेक्ट नहीं है। 100 साइड इफेक्ट थोड़े बहुत तो होते हैं, पर वो जो जैसे छोटी मोटी साइड पे पेन होना, थोड़ा सा फीवर होना, थोड़ी सी एलर्जी होना, ये तो हर वैक्सीन में होता है। लेकिन सर लोग ये कह रहे हैं कि इम्पोर्टेंट हो जाएंगे, ये भी सही है क्या? ये तो बहुत ही बकवास है। थैंक यू वेरी सेफ, डोंट वरी। ਸੋ ਡੀਸੀਜੀਆਈ ਦੇ ਆਲਾ ਅਧਿਕਾਰੀਆਂ ਨੂੰ ਤੁਸੀਂ ਸੁਣ ਰਹੇ ਸੀ ਕਿਸ ਤਰ੍ਹਾਂ ਇਸ ਵੈਕਸੀਨ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋ। ਹੁਣ ਤੋਂ ਕੁਝ ਹੀ ਸਮਾਂ ਪਹਿਲਾਂ ਡੀਸੀਜੀਆਈ ਨੇ, ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਦੋ ਵੈਕਸੀਨਾਂ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੋਰ ਲਗਾਤਾਰ ਅਸੀਂ ਜਿਹੜੀ ਗੱਲ ਵੀ ਕਰ ਰਹੇ ਸੀ ਕਿ ਇਸ ਦਾ ਜਿਹੜਾ ਟੀਕਾਕਰਨ ਦੇ ਡਰਾਈਵ ਮੁਹਿੰਮ ਚੱਲੀ, ਕੱਲ ਦੇਸ਼ ਭਰ 'ਚ 119 ਜ਼ਿਲ੍ਹਿਆਂ ਤੇ ਟੀਕਾਕਰਨ ਦੀ ਡਰਾਈਵ ਮੁਹਿੰਮ ਚਲਾਈ ਗਈ। मनोज राठी लगातार जुड़े ने। मनोज, ਅਸੀਂ ਵੇਖਿਆ ਕਿੰਨਾ ਕਾਮਯਾਬ ਕੱਲ ਜਿਹਦੀ ਡਰਾਈ ਰਨ ਚੰਡੀਗੜ੍ਹ ਹੀ ਚਲਾਇਆ ਗਿਆ ਸੀ, ਕਿੰਨਾ ਕਾਮਯਾਬ ਅਧਿਕਾਰੀ ਉਹਨਾਂ ਨੂੰ ਉਸ ਨੂੰ ਦੱਸ ਰਹੇ ਸੀ। ਦੇਖੋ ਰਜਿੰਦਰ, ਸਭ ਤੋਂ ਵੱਡੀ ਗੱਲ ਹੈ ਕਿ ਕੱਲ ਜਿਹੜੀ ਵੈਕਸੀਨ ਲਾਈ ਗਈ ਹੈ, ਉਹਦੇ ਵਿੱਚ ਸਾਫ਼ ਤੌਰ ਤੇ ਜਿਹੜੇ ਡਾਕਟਰਸ ਨੇ, ਜਿਹੜੇ ਡਾਇਰੈਕਟਰ ਹੈਲਥ ਹੈ, ਉਹਨਾਂ ਨਾਲ ਗੱਲਬਾਤ ਹੋਈ ਹੈ ਸਾਡੀ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਡਰਾਈ ਰਨ ਟ੍ਰਾਇਲ ਹੈ ਉਹ ਬਿਲਕੁਲ ਸਕਸੈਸ ਹੋਇਆ। ਜਿਹੜੀ ਵੀ ਛੋਟੀ ਮੋਟੀ ਜਿਹੜੀ ਖਾਮੀਆਂ ਸੀਗੀ ਉਹਦੇ ਵਿੱਚ ਅਸੀਂ ਇੰਪਰੂਵਮੈਂਟ ਕਰਾਂਗੇ। ਹਾਲਾਂਕਿ ਜਿਹੜੇ ਜਿਸ ਤਰ੍ਹਾਂ ਵੈਕਸੀਨੇਸ਼ਨ ਸੈਂਟਰ, ਹਾਲਾਂਕਿ 16 ਦੀ ਆਪਾਂ ਗੱਲ ਕਰੀਏ, ਸੈਕਟਰ 16 ਹਸਪੀਟਲ 'ਚ OPD ਦੇ ਟੌਪ ਫਲੋਰ ਤੇ, ਯਾਨੀ ਕਿ 5th ਫਲੋਰ ਤੇ ਇਹ ਸਾਰਾ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ, ਜਿਹਨੂੰ ਬਿਲਕੁਲ ਸਾਈਡ ਤੇ ਰੱਖਿਆ ਗਿਆ, ਯਾਨੀ ਕਿ ਕੋਈ ਰਿਸਕ ਫੈਕਟਰ ਜਿਹੜਾ ਹੈ ਉਹ ਨਹੀਂ ਲਿੱਤਾ ਜਾਏਗਾ। ਪਹਿਲਾਂ ਜਿਹੜਾ ਸੈਨੀਟਾਈਜ਼ਰ, ਉਸ ਤੋਂ ਬਾਅਦ ਮਾਸਕ ਦਿੱਤਾ ਜਾਏਗਾ, ਉਸ ਤੋਂ ਬਾਅਦ ਰਜਿਸਟ੍ਰੇਸ਼ਨ, ਉਸ ਤੋਂ ਬਾਅਦ ਕੋਵਿਡ ਦੀ ਜਿਹੜੀ ਰਜਿਸਟ੍ਰੇਸ਼ਨ ਦੀ ਫਾਰਮ ਹੈ ਉਹਨੂੰ ਫਿਲ ਕਰਕੇ, ਉਹਨੂੰ ਵੈਰੀਫਾਈ ਕਰਕੇ, ਉਸ ਤੋਂ ਬਾਅਦ ਵੈਕਸੀਨੇਸ਼ਨ ਕਰਕੇ ਉਹਨੂੰ ਆਬਜ਼ਰਵੇਸ਼ਨ 'ਚ ਰੱਖਿਆ ਜਾਏਗਾ। ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿਹੜਾ ਸਲੈਬ ਸਿਸਟਮ ਇਹਨਾਂ ਨੇ ਬਣਾਇਆ, ਠੀਕ ਹੈ ਮਨੋਜ, ਯਾਨੀ ਕਿ ਦੇਸ਼ ਨੂੰ ਜਿਹੜਾ ਵੈਕਸੀਨ ਦਾ ਇੰਤਜ਼ਾਰ ਸੀ ਉਹ ਖਤਮ ਹੋਇਆ ਹੈ ਅਤੇ ਵੈਕਸੀਨ ਮਿਲ ਚੁੱਕੀ ਔਰ ਤਿਆਰੀਆਂ ਵੀ ਟੀਕਾਕਰਨ ਲਈ ਪੂਰੀਆਂ ਮੁਕੰਮਲ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਧਾਈ ਦਿੱਤੀ ਹੈ, ਵੈਕਸੀਨ ਨੂੰ ਮਨਜ਼ੂਰੀ ਮਿਲਣ ਤੇ ਵਧਾਈ ਦਿੱਤੀ। ਕੋਰੋਨਾ ਨਾਲ ਜੰਗ ਵਿੱਚ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਆਤਮ ਨਿਰਭਰ ਭਾਰਤ ਵੱਲੋਂ ਇੱਕ ਹੋਰ ਕਦਮ ਅੱਗੇ ਵਧਾਇਆ ਗਿਆ ਹੈ। ਦੇਸ਼ ਦੇ ਵਿਗਿਆਨਿਕਾਂ ਨੂੰ ਵਧਾਈ ਦਿੱਤੀ ਗਈ ਜਿਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ। ਆਤਮ ਨਿਰਭਰ ਭਾਰਤ ਵੱਲ ਇੱਕ ਹੋਰ ਕਦਮ ਇਸ ਨੂੰ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪਿਛਲਾ ਸਾਲ 2020 ਕੋਰੋਨਾ ਨਾਲ ਪੂਰਾ ਦੇਸ਼ ਜੂਝਿਆ ਔਰ ਹੁਣ ਜਦੋਂ ਵੈਕਸੀਨ ਆ ਚੁੱਕੀ ਹੈ, ਵੈਕਸੀਨ ਦੇ ਆਉਣ ਤੋਂ ਪਹਿਲਾਂ ਹੀ ਟੀਕਾਕਰਨ ਦੀ ਜਿਹੜੀ ਪ੍ਰਕਿਰਿਆ ਕਿਸ ਤਰ੍ਹਾਂ ਹੋਏਗੀ, ਡਰਾਈ ਰਨ ਇਸ ਦੇ ਲਈ ਚਲਾਇਆ ਗਿਆ ਅਤੇ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਚੋਣਾਂ ਹੁੰਦੀਆਂ ਨੇ ਦੇਸ਼ ਭਰ ਵਿੱਚ, ਉਸ ਤਰ੍ਹਾਂ ਦੇ ਨਾਲ ਤਿਆਰੀਆਂ ਮੁਕੰਮਲ। ਇਸ ਦੀ ਕਾਮਯਾਬੀ। ਇਸ ਬੁਲੇਟਿਨ 'ਚ ਫਿਲਹਾਲ ਨਹੀਂ, ਮੈਨੂੰ ਦਿਓ ਇਜਾਜ਼ਤ, ਧੰਨਵਾਦ।